ਆਗਿਆਕਾਰੀ ਇੱਕ ਅਣਆਗਿਆਕਾਰੀ ਇਹ ਹੁੰਦੀ ਆ ਕਿ ਅਸੀਂ ਚਰਚ ਦੇ ਵਿੱਚ ਆਉਂਦੇ ਹਾਂ ਜਾਂ ਅਸੀਂ ਚੱਲੀ ਜਾ ਰਹੇ ਹਾਂ ਆਪਣੀ ਹੀ ਮੌਜ ਦੇ ਵਿੱਚ ਚੱਲ ਰਹੇ ਹਾਂ। ਉਸ ਤਰੀਕੇ ਨਾਲ ਅਸੀਂ ਅਣਆਗਿਆਕਾਰੀ ਕਰਦੇ ਹਾਂ ਕਿ ਅਸੀਂ ਦੂਸਰਿਆਂ ਨੂੰ ਬਿਲਕੁਲ ਇਗਨੋਰ ਕਰ ਦਿੰਦੇ ਹਾਂ। ਇੱਕ ਇਹ ਚੀਜ਼ ਆ ਕਿ ਜਦੋਂ ਖੁਦਾ ਸਾਨੂੰ ਕੰਮ ਦਿੰਦਾ ਏ ਔਰ ਸਾਨੂੰ ਪਤਾ ਵਾ ਕਿ ਇਹ ਸਾਨੂੰ ਖੁਦਾ ਨੇ ਕੰਮ ਸੌਂਪਿਆ ਔਰ ਅਸੀਂ ਹੀ ਕਰਨਾ ਹੈ, ਸਾਡੇ ਜੁੰਮੇ ਆ। ਤੇ ਉਸ ਟਾਈਮ ਤੇ ਅਸੀਂ ਖੁਦਾ ਦੀ ਆਵਾਜ਼ ਨੂੰ ਉਹਦੇ ਵਿਰੁੱਧ ਜਾਂਦੇ ਹਾਂ, ਅਸੀਂ ਇਗਨੋਰ ਕਰਦੇ ਹਾਂ, ਭੱਜਣ ਦੀ ਕੋਸ਼ਿਸ਼ ਕਰਦੇ ਹਾਂ ਉਸ ਜਗ੍ਹਾ ਤੋਂ। ਲੇਕਿਨ ਜੇ ਆਪਾਂ ਦੇਖਦੇ ਹਾਂ ਕਿ ਜ਼ਬੂਰ 139 ਦੇ ਵਿੱਚ ਲਿਖਿਆ ਕਿ ਅਸੀਂ ਉਹਦੇ ਆਤਮਾ ਤੋਂ ਬਚ ਕੇ ਕਿਤੇ ਵੀ ਨਹੀਂ ਜਾ ਸਕਦੇ। ਤੇ ਆਪਾਂ ਇਹ ਜ਼ਬੂਰ ਬਹੁਤ ਵਾਰੀ ਗਾਉਂਦੇ ਵੀ ਹਾਂ ਚਰਚ ਦੇ ਵਿੱਚ, ਜਿੱਦਾਂ ਮੈਂ ਤੇਰੇ ਆਤਮਾ ਤੋਂ ਨੱਸ ਕੇ ਕਿੱਧਰ ਜਾਵਾਂ। ਤੋ ਉਸੇ ਹੀ ਤਰੀਕੇ ਨਾਲ ਜਦੋਂ ਹੁਣ ਅਸੀਂ ਅੱਜ ਯੂਨਾਨ ਨਬੀ ਦੀ ਸਟੋਰੀ ਨੂੰ ਅਸੀਂ ਦੇਖਾਂਗੇ ਕਿ ਜਦੋਂ ਉਹਨੇ ਖੁਦਾ ਦੀ ਆਵਾਜ਼ ਨੂੰ ਸੁਣਿਆ ਔਰ ਉਸ ਖੁਦਾ ਦੇ ਦਾਸ ਨੇ ਉਹਨਾਂ ਦੀ ਅਣਆਗਿਆਕਾਰੀ ਕੀਤੀ। ਔਰ ਯੂਨਾਨ ਨਬੀ ਦੀ ਸਟੋਰੀ ਅਸੀਂ ਫਸਟ ਚੈਪਟਰ ਤੋਂ ਪੜਾਂਗੇ, ਫਸਟ ਵਰਸ ਤੋਂ। ਯਹੋਵਾ ਦੀ ਬਾਣੀ ਅਮਤਾਈ ਦੇ ਪੁੱਤਰ ਯੂਨਾਨ ਨੂੰ ਆਈ, ਉੱਠ ਉਸ ਵੱਡੇ ਸ਼ਹਿਰ ਨੀਨਵਾ ਨੂੰ ਜਾ ਅਤੇ ਉਸ ਦੇ ਵਿਰੁੱਧ ਪੁਕਾਰ, ਕਿਉਂ ਜੋ ਉਹਨਾਂ ਦੀ ਬੁਰਿਆਈ ਮੇਰੇ ਸਨਮੁਖ ਉਤਾਂਹ ਆਈ ਹੈ। ਪਰ ਯਹੂਨਾ ਯਹੋਵਾ ਦੇ ਹਜ਼ੂਰੋਂ ਤਰਸ਼ੀਸ਼ ਨੂੰ ਭੱਜਣ ਲਈ ਉੱਠਿਆ। ਉਹ ਯਾਫਾ ਵੱਲ ਉਤਰ ਗਿਆ ਅਤੇ ਉੱਥੇ ਇੱਕ ਜਹਾਜ਼ ਜੋ ਤਰਸ਼ੀਸ਼ ਨੂੰ ਜਾਣ ਵਾਲਾ ਸੀ ਉਹਨੂੰ ਲੱਭ ਪਿਆ। ਤਦ ਉਸ ਦਾ ਭਾੜਾ ਦੇ ਕੇ ਉਹ ਉਸ ਉੱਤੇ ਚੜਿਆ। ਭਾਈ ਯਹੋਵਾ ਦੇ ਹਜ਼ੂਰੋਂ ਉਹਨਾਂ ਦੇ ਨਾਲ ਤਰਸ਼ੀਸ਼ ਨੂੰ ਜਾਵੇ। ਇਸ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਉਸਨੇ ਖੁਦਾ ਦੀ ਆਵਾਜ਼ ਨੂੰ ਸੁਣ ਵੀ ਲਿਆ ਸੀ, ਲੇਕਿਨ ਉਹ ਭੱਜਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਡਰਦਾ ਸੀ ਉਸ ਕੰਮ ਨੂੰ ਕਰਨ ਤੋਂ, ਔਰ ਉਹ ਨਹੀਂ ਸੀ ਚਾਹੁੰਦਾ ਉਸ ਕੰਮ ਨੂੰ ਕਰਨਾ। ਔਰ ਜਦੋਂ ਉਹ ਉਸ ਖੁਦਾ ਦੀ ਆਵਾਜ਼ ਦੀ ਅਣਆਗਿਆਕਾਰੀ ਕਰਦਾ ਔਰ ਭੱਜਣ ਦੀ ਕੋਸ਼ਿਸ਼ ਕਰਦਾ, ਔਰ ਅਸੀਂ ਰਾਸਤੇ ਵਿੱਚ ਦੇਖਦੇ ਹਾਂ ਕਿ ਜਦੋਂ ਜਹਾਜ਼ ਵਿੱਚ, ਸਮੁੰਦਰੀ ਜਹਾਜ਼ ਦੇ ਵਿੱਚ ਸੀ, ਤੇ ਉਦੋਂ ਰਾਸਤੇ ਦੇ ਵਿੱਚ ਬਹੁਤ ਸਾਰਾ ਤੂਫਾਨ ਆ ਜਾਂਦਾ ਵਾ, ਜੋ ਕਿ ਉਹ ਤੂਫਾਨ ਖੁਦਾ ਦੇ ਵੱਲੋਂ ਭੇਜਿਆ ਗਿਆ ਹੁੰਦਾ ਵਾ, ਕਿਉਂਕਿ ਖੁਦਾ ਨਹੀਂ ਚਾਹੁੰਦਾ ਕਿ ਜਿਸ ਰਾਸਤੇ ਉਹ ਜਾ ਰਿਹਾ ਉਸ ਰਾਸਤੇ ਤੇ ਉਹ ਜਾਵੇ। ਤੇ ਔਰ ਜਦੋਂ ਤੂਫਾਨ ਆਉਂਦਾ, ਜੋ ਕਾਮੇ ਹੁੰਦੇ ਆ, ਜੋ ਜਹਾਜ਼ ਦੇ ਜੋ ਕੰਮ ਕਰਨ ਵਾਲੇ ਸੀ ਜਾਂ ਉਸਨੂੰ ਚਲਾਉਣ ਵਾਲੇ ਸੀ, ਉਹ ਉਸ ਵੱਡੇ ਤੂਫਾਨ ਤੋਂ ਕੀ ਕਰਦੇ ਆ, ਫਿਰ ਆਪਣੇ ਆਪਣੇ ਦੇਵਤਿਆਂ ਦੇ ਅੱਗੇ ਦੁਆ ਕਰਦੇ ਆ ਔਰ ਉਹ ਗੁਨਾਹ ਪਾਉਂਦੇ ਆ ਕਿ ਜਿਸ ਦੇ ਨਾਮ ਦਾ ਇਹ ਗੁਨਾਹ ਨਿਕਲਿਆ ਹੋਊਗਾ ਉਸ ਵੱਲੋਂ ਹੀ ਇਹ ਮੁਸੀਬਤ ਆਈ ਆ। ਤੇ ਗੁਨਾਹ ਫਿਰ ਯਹੂਨਾ ਦੇ ਉੱਤੇ ਜਾ ਕੇ ਪੈਂਦਾ ਵਾ ਔਰ ਉਸਦੇ ਨਾਮ ਦਾ ਨਿਕਲਦਾ। ਜਦੋਂ ਉਹ ਉਸਨੂੰ ਆ ਕੇ ਪੁੱਛਦੇ ਆ ਕਿ ਤੂੰ ਕੌਣ ਹੈ ਔਰ ਕਿੱਥੋਂ ਆਇਆ, ਤੇਰਾ ਦਾਸ ਕਿਹੜਾ ਵਾ, ਤਾਂ ਫਿਰ ਆਪਾਂ ਦੇਖਦੇ ਹਾਂ ਫਸਟ ਚੈਪਟਰ ਦੀ ਹੀ 9 ਵਰਸ ਦੇ ਵਿੱਚ ਦੇਖਦੇ ਹਾਂ। ਤਾਂ ਉਹਨੇ ਉਹਨਾਂ ਨੂੰ ਆਖਿਆ, ਮੈਂ ਇਬਰਾਨੀ ਹਾਂ ਅਤੇ ਆਕਾਸ਼ ਦੇ ਪਰਮੇਸ਼ਰ ਯਹੋਵਾ ਤੋਂ, ਜਿਸ ਨੇ ਸਮੁੰਦਰ ਅਤੇ ਥਲ ਬਣਾਇਆ ਹੈ, ਡਰਦਾ ਹਾਂ। ਤਾਂ ਉਹ ਮਨੁੱਖ ਬਹੁਤ ਹੀ ਡਰ ਗਏ ਅਤੇ ਉਹ ਨੂੰ ਆਖਣ ਲੱਗੇ, ਤੈਂ ਇਹ ਕੀ ਕੀਤਾ? ਕਿਉਂ ਜੋ ਉਹ ਮਨੁੱਖ ਜਾਣਦੇ ਸਨ ਕਿ ਇਹ ਯਹੋਵਾ ਦੇ ਹਜ਼ੂਰੋਂ ਨੱਸ ਰਿਹਾ ਸੀ, ਕਿਉਂਕਿ ਉਹ ਨੇ ਉਹਨਾਂ ਨੂੰ ਇਹ ਦੱਸ ਦਿੱਤਾ ਸੀ। ਤੇ ਫਿਰ ਉਹ ਦੱਸ ਦਿੰਦਾ ਵਾ ਕਿ ਇਹ ਜੋ ਤੂਫਾਨ ਆ ਇਹ ਮੇਰੇ ਵੱਲੋਂ, ਮੇਰੇ ਕਾਰਨ ਆਇਆ ਵਾ। ਤੇ ਉਹ ਮਨੁੱਖ ਜਦੋਂ ਹੀ ਉਹ ਯਹੋਵਾ ਖੁਦਾ ਦਾ ਨਾਮ ਲੈਂਦਾ ਏ ਕਿ ਮੈਂ ਉਸ ਤੋਂ ਡਰਨ ਵਾਲਾ ਹਾਂ, ਤੇ ਉਹ ਜਾਣ ਜਾਂਦੇ ਨੇ ਕਿ ਇਹ ਤੂਫਾਨ ਕੋਈ ਮਾਮੂਲੀ ਨਹੀਂ ਹੈ। ਫਿਰ ਉਹਨਾਂ ਨੇ ਵੀ ਬਹੁਤ ਕੋਸ਼ਿਸ਼ ਕੀਤੀ, ਜਦੋਂ ਅਸੀਂ ਅੱਗੇ ਪੜ੍ਹਦੇ ਹਾਂ, ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ, ਆਪਣਾ ਬਲ ਇਸਤੇਮਾਲ ਕੀਤਾ ਕਿ ਅਸੀਂ ਇਸ ਜਹਾਜ਼ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਿਨਾਰੇ ਤੇ ਲੈ ਜਾਈਏ, ਲੇਕਿਨ ਉਹ ਨਹੀਂ ਲਿਜਾ ਪਾਉਂਦੇ ਹੈਗੇ। ਤੇ ਫਿਰ
ਉਹ ਯਹੂਨਾ ਉਹਨਾਂ ਨੂੰ ਕਹਿੰਦਾ ਵਾ ਕਿ ਤੁਸੀਂ ਮੈਨੂੰ ਸਮੁੰਦਰ ਦੇ ਵਿੱਚ ਸੁੱਟ ਦਵੋ ਤਾਂ ਤੁਸੀਂ ਬਚ ਜਾਓਗੇ। ਔਰ ਯਹੂਨਾ ਨੂੰ ਉਹ ਸਮੁੰਦਰ ਦੇ ਵਿੱਚ ਸੁੱਟ ਦਿੰਦੇ ਆ ਔਰ ਫਿਰ ਉਹ ਕੀ ਆ ਤੂਫਾਨ ਸ਼ਾਂਤ ਹੋ ਜਾਂਦਾ ਵਾ। ਔਰ ਅਸੀਂ ਦੇਖਦੇ ਆ ਕਿ ਯੂਨਾ ਨਬੀ ਨੂੰ ਜਦੋਂ ਸਮੁੰਦਰ ਦੇ ਵਿੱਚ ਸੁੱਟਿਆ ਜਾਂਦਾ ਵਾ ਤਾਂ ਉਹਨੂੰ ਮੱਛੀ ਨਿਗਲ ਲੈਂਦੀ ਆ। ਉਹ ਮੱਛੀ ਦੇ ਪੇਟ ਵਿੱਚ ਚਲਿਆ ਜਾਂਦਾ ਵਾ। ਔਰ ਜਦੋਂ ਉਹ ਮੱਛੀ ਦੇ ਪੇਟ ਦੇ ਵਿੱਚ ਜਾਂਦਾ ਉਹ 3 ਦਿਨ ਔਰ 3 ਰਾਤ ਮੱਛੀ ਦੇ ਪੇਟ ਦੇ ਵਿੱਚ ਰਹਿੰਦਾ ਔਰ ਉੱਥੇ ਘੁੱਪ ਹਨੇਰ ਔਰ ਉਹ ਇਕੱਲਾ ਹੁੰਦਾ ਵਾ। ਉਹਨੂੰ ਕੋਈ ਸੁਣਨ ਵਾਲਾ ਨਹੀਂ ਹੁੰਦਾ ਹੈਗਾ। ਲੇਕਿਨ ਜਦੋਂ ਹੀ ਉਹ ਇਕਾਂਤ ਦੇ ਵਿੱਚ ਜਾਂਦਾ ਵਾ ਪਰਮੇਸ਼ਰ ਦੇ ਅੱਗੇ ਦੁਆ ਕਰਦਾ ਉਹ ਫਿਰ ਕਿ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਇਸ ਮੁਸੀਬਤ ਤੋਂ ਬਚਾ ਲੈ। तो फिर प्रभु की करदा उस मच्छी नू किनारे ते लेके जांदा वा और ਉਹ किनारे ते जाके यूहन्ना नू ਬਾਹਰ ਕੱਢਦੀ ਆਪਣੇ ਮੂੰਹ ਚੋਂ ਉਲਟੀ ਕਰ ਦਿੰਦੀ ਤਾਂ ਉਹ ਬਾਹਰ ਆ ਜਾਂਦਾ ਵਾ। ਔਰ ਅਗਰ ਅਸੀਂ ਦੇਖੀਏ ਕਿ ਸਮੁੰਦਰ ਦੇ ਵਿੱਚ ਤਾਂ ਬਹੁਤ ਸਾਰੇ ਜੀਵ ਜੰਤੂ ਹੁੰਦੇ ਆ ਫਿਰ ਉਹਨੂੰ ਮੱਛੀ ਨੇ ਹੀ ਕਿਉਂ ਖਾਧਾ ਔਰ ਖੁਦਾ ਨੇ ਉਹਦੇ ਲਈ ਮੱਛੀ ਹੀ ਕਿਉਂ ਠਹਿਰਾਈ ਉੱਥੇ। ਹੋਰ ਕਿਸੇ ਵੀ ਮਤਲਬ ਜੀਵ ਜੰਤੂ ਨੇ ਉਸਨੂੰ ਨਹੀਂ ਖਾਧਾ ਜਸਟ ਮੱਛੀ ਨੇ ਹੀ ਉਹਨੂੰ ਕਿਉਂ ਨਿਗਲਿਆ ਕਿਉਂਕਿ ਮੱਛੀ ਇੱਕ ਐਸਾ ਜੀਵ ਆ ਜੋ ਸਮੁੰਦਰ ਜਹਾਜ਼ ਤੋਂ ਵੀ ਤੇਜ਼ ਰਫ਼ਤਾਰ ਨਾਲ ਤੈਰਨ ਦੀ ਤਾਕਤ ਰੱਖਦੀ ਆ ਔਰ ਖੁਦਾ ਨੇ ਇਸ ਲਈ ਉਸਨੂੰ ਮੱਛੀ ਠਹਿਰਾਈ ਸੀ ਕਿਉਂਕਿ ਆਪਾਂ ਦੇਖਦੇ ਕਿ ਉਹ ਭੱਜਿਆ ਖੁਦਾ ਦੇ ਹਜ਼ੂਰੋਂ ਭੱਜਿਆ ਉਹ ਉਲਟੀ ਦਿਸ਼ਾ ਵਿੱਚ ਜਾਣਾ ਸ਼ੁਰੂ ਕੀਤਾ ਔਰ ਪਹਿਲਾਂ ਹੀ ਉਹ ਖੁਦਾ ਦੇ ਜੋ ਖੁਦਾ ਨੇ ਸਮਾਂ ਠਹਿਰਾਇਆ ਸੀ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੇ ਵਾਸਤੇ ਉਸਨੇ ਜਾਣਾ ਸੀ ਜਿਸ ਥਾਂ ਤੇ ਉਸਨੇ ਜਾਣਾ ਸੀ ਉਹ ਪਹਿਲਾਂ ਹੀ ਬਹੁਤ ਲੇਟ ਹੋ ਚੁੱਕਿਆ ਸੀਗਾ ਕਿ ਉਹ ਉਲਟੀ ਦਿਸ਼ਾ ਵਿੱਚ ਜਾ ਰਿਹਾ ਸੀ ਔਰ ਮੱਛੀ ਨੇ ਜਦੋਂ ਉਹਨੂੰ ਨਿਗਲਿਆ ਉਹ ਸਹੀ ਦਿਸ਼ਾ ਦੇ ਵਿੱਚ ਉਸਨੂੰ ਲੈ ਕੇ ਗਈ ਜਿੱਥੇ ਖੁਦਾਵੰਦ ਉਹਨੂੰ ਲਿਜਾਣਾ ਚਾਹੁੰਦਾ ਸੀ। ਤੇ ਅਸੀਂ ਦੇਖਦੇ ਹਾਂ ਕਿ ਜਦੋਂ ਸਾਨੂੰ ਵੀ ਖੁਦਾ ਕੋਈ ਕੰਮ ਦਿੰਦਾ ਏ ਅਸੀਂ ਖੁਦਾ ਦੀ ਅਣਆਗਿਆਕਾਰੀ ਕਰਦੇ ਹਾਂ ਲੇਕਿਨ ਪਰਮੇਸ਼ਰ ਉਸ ਵਿੱਚ ਵੀ ਚਾਹੁੰਦਾ ਵਾ ਕਿ ਅਸੀਂ ਉਸ ਵਿੱਚ ਵੀ ਪਰਮੇਸ਼ਰ ਸਾਡਾ ਚੰਗਾ ਚਾਹੁੰਦਾ ਸਾਨੂੰ ਕੁਛ ਨਾ ਕੁਝ ਲੋਕ ਕੁਛ ਨਾ ਕੁਝ ਵਜ੍ਹਾ ਠਹਿਰਾਉਂਦਾ ਵਾ ਕਿ ਅਸੀਂ ਸਹੀ ਰਾਸਤੇ ਵੱਲ ਪਹਿਚਾਣ ਕੇ ਸਹੀ ਰਾਸਤੇ ਵੱਲ ਜਾਈਏ ਪਰ ਅਫਸੋਸ ਕਿ ਕਈ ਵਾਰੀ ਅਸੀਂ ਉਸ ਸਹੀ ਰਾਸਤੇ ਨੂੰ ਜਾਂ ਉਹ ਜੋ ਵਜ੍ਹਾ ਸਾਡੇ ਲਈ ਠਹਿਰਾਈ ਹੁੰਦੀ ਹੈ ਅਸੀਂ ਉਹ ਵਜ੍ਹਾ ਨੂੰ ਵੀ ਪਛਾਣ ਨਹੀਂ ਪਾਉਂਦੇ ਅਸੀਂ ਉਹਨੂੰ ਵੀ ਅਣਜਾਣਿਆ ਕਰਦੇ ਹਾਂ ਅਸੀਂ ਕਹਿ ਦਿੰਦੇ ਹਾਂ ਕਿ ਲੈ ਇਹ ਹੁਣ ਮੈਨੂੰ ਸਿਖਾਏਗਾ ਲੈ ਇਹ ਮੇਰੇ ਲਈ ਕੰਮ ਕਰੇਗਾ। ਕਈ ਵਾਰੀ ਹੋ ਸਕਦਾ ਕਿ ਉਹ ਬੰਦਾ ਸਾਡੇ ਤੋਂ ਉਮਰ 'ਚ ਛੋਟਾ ਹੋਵੇ ਜਾਂ ਉਹ ਘੱਟ ਸਿੱਖਿਆ ਰੱਖਦਾ ਹੋਵੇ ਪਰ ਕਈ ਵਾਰੀ ਇੱਕ ਹੀ ਗੱਲ ਸਾਡੀ ਪੂਰੀ ਜ਼ਿੰਦਗੀ ਬਦਲ ਸਕਦੀ ਹੈ ਕਿਉਂਕਿ ਅਗਰ ਉਹ ਗੱਲ ਉਹ ਬੰਦਾ ਕਲਾਮ ਦੇ ਅਨੁਸਾਰ ਔਰ ਕਲਾਮ ਚੋਂ ਕਰਦਾ ਹੋਵੇ। ਤੇ ਅਸੀਂ ਦੇਖਦੇ ਹਾਂ ਕਿ ਤੀਸਰੇ ਚੈਪਟਰ ਦੇ ਵਿੱਚ ਆ ਕੇ ਦੇਖਦੇ ਆ ਕਿ ਜਦੋਂ ਉਹ ਜਾ ਕੇ ਉੱਥੇ ਪ੍ਰਚਾਰ ਕਰਦਾ ਖੁਦਾ ਦਾ ਨਾਮ ਦਾ ਹੋਕਾ ਦਿੰਦਾ ਉਹ 40 ਦਿਨ ਉੱਥੇ ਹੋਕਾ ਦਿੰਦਾ ਲਗਾਤਾਰ ਕੀ ਕਰੋ ਤੁਸੀਂ ਤੌਬਾ ਕਰ ਲਓ ਕਿਉਂਕਿ ਪਰਮੇਸ਼ਰ ਦਾ ਕ੍ਰੋਧ ਤੁਹਾਡੇ ਵਿਰੁੱਧ ਆਇਆ ਵਾ ਔਰ ਕਿਉਂ ਜੋ ਤੁਹਾਡਾ ਪਾਪ ਵਧਿਆ ਸੀ ਔਰ ਉਹ ਖੁਦਾ ਦੇ ਹਜ਼ੂਰ ਉੱਪਰ ਪਹੁੰਚਿਆ ਏ। ਤੋ ਜਦੋਂ ਉਹ ਹੋਕਾ ਦਿੰਦਾ ਹਰ ਰੋਜ਼ ਉਹ ਜਾਂਦਾ ਸ਼ਹਿਰ ਚ ਔਰ ਹੋਕਾ ਦਿੰਦਾ ਔਰ ਵਾਪਸ ਮੁੜ ਕੇ ਆ ਕੇ ਉੱਚੀ ਪਹਾੜੀ ਤੇ ਆ ਕੇ ਬਹਿ ਜਾਂਦਾ ਕਿਉਂਕਿ ਪਰਮੇਸ਼ਰ ਨੇ ਕਿਹਾ ਸੀ ਕਿ ਮੈਂ ਇਸ ਸ਼ਹਿਰ ਨੂੰ ਤਬਾਹ ਕਰਨ ਵਾਲਾ ਔਰ ਉਹ ਉਸ ਉਤਸ਼ਾਹ ਦੇ ਵਿੱਚ ਸੀਗਾ ਕਿ ਜਦੋਂ ਖੁਦਾਵੰਦ ਇਸ ਸ਼ਹਿਰ ਨੂੰ ਤਬਾਹ ਕਰੂਗਾ ਤੇ ਮੈਂ ਵੇਖਾਂਗਾ ਕਿ ਕਿੱਦਾਂ ਤਬਾਹ ਕਰ ਰਿਹਾ ਪਰਮੇਸ਼ਰ ਪਰ ਉਹ ਦੂਸਰੀ ਤਰਫ ਇਹ ਭੁੱਲ ਗਿਆ ਸੀ ਕਿ ਅਗਰ ਪਰਮੇਸ਼ਰ ਨੇ ਮੇਰੇ ਤੇ ਦਇਆ ਕਰਕੇ ਮੈਨੂੰ ਵਾਪਸ ਮੋੜ ਕੇ ਬਚਾ ਕੇ ਲੈ ਆਂਦਾ ਤਾਂ ਖੁਦਾ ਇਹਨਾਂ ਨੂੰ ਵੀ ਬਚਾ ਕੇ ਲਿਆ ਸਕਦਾ। ਖੁਦਾ ਨੇ ਉਹ ਚੀਜ਼ ਉਹਨੂੰ ਪਹਿਲਾਂ ਹੀ ਸਿਖਾ ਦਿੱਤੀ ਸੀਗੀ ਲੇਕਿਨ ਉਹ ਉਸ ਚੀਜ਼ ਨੂੰ ਸਮਝ ਹੀ ਨਹੀਂ ਪਾਇਆ ਹੈਗਾ। ਉਹ ਕੀ ਕਰਦਾ ਵਾ ਉਹ ਉਤਸ਼ਾਹ ਰੱਖਦਾ ਇੱਕ ਕਿ ਹਾਂ ਜਦੋਂ ਪਰਮੇਸ਼ਰ ਇਸ ਸ਼ਹਿਰ ਨੂੰ ਤਬਾਹ ਕਰੇਗਾ ਤਾਂ ਮੈਂ ਦੇਖਾਂਗਾ ਕਿ ਕਿੱਦਾਂ ਹੁੰਦਾ ਵਾ। ਤੇ ਜਦੋਂ ਹੀ ਉਹ ਹੋਕਾ ਦਿੰਦਾ ਹਰ ਰੋਜ਼ ਜਾਂਦਾ ਉਹ ਸ਼ਹਿਰ 'ਚ ਹੋਕਾ ਦਿੰਦਾ ਔਰ ਆਪਾਂ ਦੇਖਦੇ ਹਾਂ ਕਿ ਉਹ ਲੋਕਾਂ ਦੇ ਮਨਾਂ ਦੇ ਵਿੱਚ ਫਿਰ ਇੱਕ ਡਰ ਬੈਠ ਗਿਆ ਉਹਨਾਂ ਨੇ ਤੌਬਾ ਕਰਨੀ ਚਾਹੀ ਔਰ ਦੇਖਦੇ ਹਾਂ ਤੀਸਰਾ ਚੈਪਟਰ ਉਹਦੀ 8 ਵਰਸ 7 ਵਰਸ ਦੇ ਵਿੱਚ
ਤਾਂ ਉਸਨੇ ਹੋਕਾ ਦਿੱਤਾ ਅਤੇ ਨੀਨਵਾ ਵਿੱਚ ਪ੍ਰਚਾਰ ਕੀਤਾ, ਪਾਤਸ਼ਾਹ ਅਤੇ ਉਸਦੇ ਸਰਦਾਰਾਂ ਦਾ ਫਰਮਾਨ, ਨਾ ਆਦਮੀ, ਨਾ ਪਸ਼ੂ, ਨਾ ਵੱਗ, ਨਾ ਇੱਜੜ ਕੁਝ ਚਖਣ, ਨਾ ਖਾਣ ਨਾ ਪੀਣ, ਇੱਥੇ ਤੱਕ ਕਿ ਪਾਣੀ ਵੀ ਨਾ ਪੀਣ। ਅਸੀਂ ਦੇਖਦੇ ਹਾਂ ਕਿ ਉੱਥੇ ਦਾ ਜਿਹੜਾ ਬਾਦਸ਼ਾਹ ਸੀ, ਜਿਹੜਾ ਰਾਜਾ ਸੀ ਉਸ ਸ਼ਹਿਰ ਦਾ, ਜਿਹੜੇ ਸਰਦਾਰ ਠਹਿਰਾਏ ਗਏ ਸੀ ਉਸ ਸ਼ਹਿਰ ਦੇ ਵਾਸਤੇ, ਉਹਨਾਂ ਨੇ ਇਹ ਫਰਮਾਨ ਕਰ ਦਿੱਤਾ, ਇਹ ਐਲਾਨ ਜਾਰੀ ਕਰ ਦਿੱਤਾ ਕਿ ਇਸ ਸ਼ਹਿਰ 'ਚ ਕੋਈ ਆਦਮੀ, ਇੱਥੇ ਤੱਕ ਕਿ ਉਹਨਾਂ ਦੇ ਪਸ਼ੂ ਕੁਛ ਖਾਣਗੇ ਨਹੀਂ, ਕੁਛ ਪੀਣਗੇ ਨਹੀਂ। ਆਦਮੀਆਂ ਨੇ ਤਾਂ ਵਰਤ ਰੱਖਣਾ ਹੀ ਰੱਖਣਾ ਸੀ, ਉਹਨਾਂ ਦੇ ਪਸ਼ੂਆਂ ਦਾ ਵੀ ਵਰਤ ਰਖਵਾਇਆ ਗਿਆ। ਪਰ ਆਦਮੀ ਔਰ ਪਸ਼ੂ ਤੱਪੜਾਂ ਨਾਲ ਢਕੇ ਹੋਣ ਅਤੇ ਪਰਮੇਸ਼ਰ ਦੇ ਅੱਗੇ ਜ਼ੋਰ ਲਾ ਕੇ ਤਰਲਾ ਕਰਨ, ਸਭ ਕੋਈ ਆਪੋ ਆਪਣੇ ਭੈੜੇ ਰਾਹ ਤੋਂ ਅਤੇ ਆਪੋ ਆਪਣੇ ਜ਼ੁਲਮ ਤੋਂ ਜੋ ਉਹ ਕਰ ਰਹੇ ਸਨ ਮੂੰਹ ਮੋੜਨ। ਤੋ ਉਹ ਸਮਝ ਜਾਂਦੇ ਆ ਕਿ ਸੱਚਮੁੱਚ ਅਸੀਂ ਗਲਤ ਕਰ ਰਹੇ ਹਾਂ, ਔਰ ਉਸ ਸ਼ਹਿਰ ਦੇ ਬਚਾਓ ਦੇ ਲਈ ਉਹ ਕੀ ਕਰਦੇ ਨੇ, ਵਰਤ ਰੱਖਦੇ ਨੇ, ਫਿਰ ਆਪਣਾ ਵੀ ਔਰ ਆਪਣੇ ਡੰਗਰ ਪਸ਼ੂਆਂ ਦਾ ਵੀ ਵਰਤ ਰਖਾਉਂਦੇ ਆ, ਤਾਂ ਜੋ ਪਰਮੇਸ਼ਰ ਦਾ ਕ੍ਰੋਧ ਉਹਨਾਂ ਤੋਂ ਮੁੜ ਜਾਵੇ। ਔਰ ਜਦੋਂ ਪਰਮੇਸ਼ਰ ਨੇ ਉਹਨਾਂ ਦੇ ਇਸ ਕੰਮ ਨੂੰ ਡਿੱਠਾ ਤੇ ਭਾਈ ਉਹ ਆਪਣੇ ਭੈੜੇ ਰਾਹ ਤੋਂ ਮੁੜ ਆਏ ਆ ਅਤੇ ਆਪਣੀ ਬੁਰਿਆਈ ਤੋਂ ਪਛਤਾਉਂਦੇ ਆ, ਤਾਂ ਉਸ ਆਖਿਆ ਕਿ ਉਹ ਉਹਨਾਂ ਨਾਲ ਕਰੇਗਾ, ਅਤੇ ਉਸ ਨੇ ਉਹ ਨਹੀਂ ਕੀਤੀ ਕਿ ਜੋ ਪਰਮੇਸ਼ਰ ਨੇ ਕਿਹਾ ਸੀ, ਫਿਰ ਉਹ ਉਹਨਾਂ ਨਾਲ ਨਹੀਂ ਕਰਦਾ। ਪਹਿਲਾਂ ਖੁਦਾਵੰਦ ਦਾ ਕ੍ਰੋਧ ਉਹਨਾਂ ਤੇ ਸੀ, ਲੇਕਿਨ ਜਦੋਂ ਹੀ ਉਹਨਾਂ ਨੇ ਤੌਬਾ ਕੀਤੀ, ਪਛਤਾਏ, ਮੁੜੇ, ਤਾਂ ਫਿਰ ਕੀ ਕੀਤਾ, ਪਰਮੇਸ਼ਰ ਨੇ ਉਹਨਾਂ ਤੇ ਰਹਿਮ ਕੀਤਾ। ਲੇਕਿਨ ਜਦੋਂ ਯੂਨਾ ਨਬੀ ਜਾ ਕੇ ਰੋਜ਼ ਹੀ ਪਹਾੜੀ ਤੇ ਬਹਿੰਦਾ ਸੀਗਾ, ਤਾਂ ਖੁਦਾਵੰਦ ਨੇ ਉਹਦੇ ਲਈ ਇੱਕ ਉੱਥੇ ਬੇਲ ਠਹਿਰਾਈ ਸੀ ਕਿ ਉਹ ਉਸ ਤੋਂ ਖਾ ਸਕੇ। ਉਸ ਬੇਲ ਨੂੰ ਫਲ ਵੀ ਲਗਾਇਆ ਕਿ ਉਸ ਤੋਂ ਖਾ ਸਕੇ, ਕਿਉਂਕਿ ਜਦੋਂ ਅਸੀਂ ਚੌਥੇ ਚੈਪਟਰ ਵਿੱਚ ਦੇਖਾਂਗੇ, ਉਹਦਾ ਹੈਗਾ ਬੂਟੇ ਤੋਂ ਸਿੱਖਿਆ। ਤੇ ਕੀ ਆ, ਉਹ ਪਰਮੇਸ਼ਰ ਦੇ ਅੱਗੇ ਹਰ ਰੋਜ਼ ਉੱਥੇ ਬੈਠ ਕੇ ਦੁਆ ਵੀ ਕਰਦਾ, ਔਰ ਕੀ ਆ ਕਿ ਖੁਦਾਵੰਦ ਨੇ ਜਦੋਂ ਉਹਦੇ ਵਾਸਤੇ ਉਸ ਦੇ ਉੱਤੇ ਫਲ ਠਹਿਰਾਇਆ ਸੀਗਾ ਖਾਣ ਦੇ ਵਾਸਤੇ ਕਿ ਉਹਨੂੰ ਖਾ ਲੇ, ਔਰ ਨਾਲ ਖੁਦਾਵੰਦ ਨੇ ਉਸ ਬੇਲ ਨੂੰ ਟੁੱਕਣ ਦੇ ਵਾਸਤੇ, ਸੜਨ ਦੇ ਵਾਸਤੇ, ਖਾਣ ਦੇ ਵਾਸਤੇ, ਗਲ ਜਾਣ ਦੇ ਵਾਸਤੇ ਇੱਕ ਕੀੜਾ ਵੀ ਠਹਿਰਾ ਦਿੱਤਾ ਸੀ। ਕਿ ਯੂਨਾ ਨਬੀ ਨੇ ਸਿਰਫ ਉਸ ਗੱਲ ਤੇ ਫੋਕਸ ਕੀਤਾ ਕਿ ਜੋ ਖੁਦਾ ਨੇ ਕਿਹਾ ਸੀ ਕਿ ਮੈਂ ਇਸ ਸ਼ਹਿਰ ਨੂੰ ਤਬਾਹ ਕਰ ਦਾਂਗਾ, ਉਲਟਾ ਉਹਨੇ ਇਹ ਨਹੀਂ ਦੇਖਿਆ ਕਿ ਪ੍ਰਭੂ ਨੇ ਜੋ ਮੇਰੇ ਲਈ ਰੱਖਿਆ, ਮੈਨੂੰ ਇੱਕ ਜ਼ਰੀਆ ਦਿੱਤਾ ਖਾਣ ਪੀਣ ਵਾਸਤੇ, ਉਹਦੀ ਕੇਅਰ ਨਹੀਂ ਕੀਤੀ ਉਹਨੇ। ਖੁਦਾਵੰਦ ਨੇ ਉੱਥੇ ਇੱਕ ਕੀੜਾ ਠਹਿਰਾਤਾ। ਅਗਰ ਉਹ ਉਸ ਗੱਲਬਾਤ ਦੀ ਵੀ ਕੇਅਰ ਕਰਦਾ, ਤਾਂ ਉਹ ਬੇਲ ਤਬਾਹ ਨਾ ਹੁੰਦੀ, ਔਰ ਉਹਦੇ ਖਾਣ ਲਈ ਫਲ ਵੀ ਹੁੰਦਾ। ਆਪਾਂ ਦੇਖਦੇ ਹਾਂ ਇਸ ਦੇ ਵਿੱਚ ਪੜ੍ਹਦੇ ਹਾਂ, ਜਦੋਂ ਕਹਿੰਦਾ, ਹੇ ਯੂਨਾ ਨੂੰ ਬਹੁਤ ਹੀ ਭੈੜਾ ਲੱਗਾ ਅਤੇ ਉਹ ਭਾਵਕ ਉੱਠਿਆ ਅਤੇ ਉਹਨੇ ਯਹੋਵਾ ਦੇ ਅੱਗੇ ਪ੍ਰਾਰਥਨਾ ਕੀਤੀ ਅਤੇ ਆਖਿਆ ਕਿ ਹੇ ਯਹੋਵਾ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਜਦੋਂ ਮੈਂ ਅਜੇ ਆਪਣੇ ਦੇਸ਼ ਵਿੱਚ ਸਾਂ, ਕਿ ਇਹ ਮੇਰਾ ਕਹਿਣਾ ਨਹੀਂ ਸੀ, ਇਸੇ ਕਾਰਨ ਮੈਂ ਕਾਹਲੀ ਨਾਲ ਤਰਸ਼ੀਸ਼ ਨੂੰ ਭੱਜਾ, ਕਿਉਂ ਜੋ ਮੈਂ ਜਾਣਦਾ ਸੀ ਕਿ ਤੂੰ ਕਿਰਪਾਲੂ ਤੇ ਦਿਆਲੂ ਪਰਮੇਸ਼ਰ ਹੈ, ਜੋ ਕ੍ਰੋਧ ਵਿੱਚ ਧੀਰਜੀ ਅਤੇ ਕਿਰਪਾ ਨਿਦਾਨ ਹੈ ਅਤੇ ਬੁਰਾਈ ਤੋਂ ਪਛਤਾਉਂਦਾ ਹੈ। ਸੋ ਹੁਣ ਹੇ ਯਹੋਵਾ, ਮੇਰੀ ਜਾਨ ਮੇਰੇ ਵਿੱਚੋਂ ਲੈ, ਕਿਉਂ ਜੋ ਮੇਰਾ ਮਰਨਾ ਮੇਰੇ ਜਿਉਣ ਨਾਲੋਂ ਚੰਗਾ ਹੈ। ਤਦ ਯਹੋਵਾ ਨੇ ਆਖਿਆ ਕਿ ਤੇਰਾ ਗੁੱਸਾ ਚੰਗਾ ਹੈ। ਕੀ ਕੀਤਾ ਉਹਨੇ? ਇੱਕ ਤਾਂ ਉਹ ਇਸ ਗੱਲ ਤੋਂ ਦੁਖੀ ਹੋ ਗਿਆ ਸੀ ਕਿ ਪਰਮੇਸ਼ਰ ਨੇ ਜੋ ਮੈਨੂੰ ਕਿਹਾ ਸੀ ਉਹ ਨਹੀਂ ਕੀਤਾ, ਔਰ ਦੂਸਰਾ ਉਹ ਇਸ ਗੱਲ ਤੋਂ ਦੁਖੀ ਸੀਗਾ ਕਿ ਉਹਦੇ ਖਾਣ ਪੀਣ ਲਈ ਵੀ ਕੁਛ ਨਹੀਂ ਸੀਗਾ। ਤੇ ਔਰ ਜਦੋਂ ਉਹ ਦੁਆ ਕਰਦਾ, ਉਹ ਕਹਿੰਦਾ ਇਹ ਕਿ ਮੈਨੂੰ ਪਤਾ ਸੀਗਾ, ਇਸੇ ਕਰਕੇ ਮੈਂ ਤਰਸ਼ੀਸ਼ ਨੂੰ ਭੱਜ ਗਿਆ ਸੀਗਾ। ਮਤਲਬ ਉਹ ਅਸੀਂ ਦੇਖਾਂਗੇ ਦੁਆ 'ਚ ਕਿ ਇੱਕ ਉਹ ਆਪਣਾ ਗੁੱਸਾ ਜ਼ਾਹਰ ਕਰਦਾ ਕਿ ਪਰਮੇਸ਼ਰ ਨੇ ਅੱਗੇ ਲਿਖਿਆ ਹੈ ਕਿ ਤੇਰਾ ਗੁੱਸਾ ਜੋ ਆ ਉਹ ਚੰਗਾ ਏ। ਤੋ ਆਪਾਂ ਦੇਖਦੇ ਹਾਂ ਕਿ ਹਰ ਇੱਕ ਗੱਲਬਾਤ ਦੇ ਵਿੱਚ ਪਰਮੇਸ਼ਰ ਕੀ ਕਰਦਾ, ਸਾਡੀ ਲੋਕਾਂ ਦੀ, ਠੀਕ ਹੈ, ਭਲਾਈ ਹੀ ਚਾਹੁੰਦਾ ਵਾ।
ਉਹਨੂੰ ਕਦੇ ਬੁਰਾਈ ਨਹੀਂ ਚਾਹੁੰਦਾ ਸਾਡੀ। ਕੋਈ ਵੀ ਮੁਸੀਬਤ ਸਾਡੇ ਲਈ ਖੁਦਾਵੰਦ ਰੱਖੇ ਤਾਂ ਉਹ ਸਾਡਾ ਇੱਕ ਇਮਤਿਹਾਨ ਹੈ ਕਿ ਅਸੀਂ ਉਹਦਾ ਖੌਫ ਖਾਈਏ, ਔਰ ਜੋ ਅਸੀਂ ਅਣਆਗਿਆਕਾਰੀ ਕਰ ਰਹੇ ਹਾਂ, ਜੋ ਖੁਦਾ ਨੂੰ ਨਾ ਪਸੰਦ ਹੈ, ਜੋ ਅਸੀਂ ਉਹਦੇ ਬਚਨ ਦੀ ਨਾਫਰਮਾਨੀ ਕਰਦੇ ਹਾਂ, ਅਸੀਂ ਉਸ ਤੋਂ ਵਾਪਸ ਆਈਏ ਔਰ ਪਰਮੇਸ਼ਰ ਦਾ ਕੀ ਕਰੀਏ, ਇਕਰਾਰ ਕਰ ਲਈਏ, ਉਹਦੇ ਜੋ ਉਹਦੀਆਂ ਵਿਧੀਆਂ ਨੇ ਅਸੀਂ ਉਹਦਾ ਇਕਰਾਰ ਕਰੀਏ ਔਰ ਉਹਦੀ ਹਜ਼ੂਰੀ ਦੇ ਵਿੱਚ ਉਹਦੇ ਨਾਲ ਰਹੀਏ। ਸੋ ਇਹੀ ਆ ਕਿ ਵਜ੍ਹਾ ਨੂੰ ਜਾਣਦੇ ਹੋਏ ਵੀ, ਉਹਦੇ ਵਚਨ ਨੂੰ ਜਾਣਦੇ ਹੋਏ ਵੀ ਅਸੀਂ ਉਹਦੀ ਅਣਆਗਿਆਕਾਰੀ ਨਾ ਕਰੀਏ, ਕਿਉਂਕਿ ਖੁਦਾ ਦੇ ਕਲਾਮ ਚ ਲਿਖਿਆ ਕਿ ਜੋ ਸੱਤ ਨੂੰ ਜਾਣਦਾ ਹੋਇਆ, ਠੀਕ ਹੈ, ਪਾਪ ਕਰਦਾ ਏ, ਉਹਦੇ ਨਿਮਿਤ ਫਿਰ ਕੋਈ ਹੋਰ ਬਲੀਦਾਨ ਨਹੀਂ ਹੈ, ਕਿਉਂਕਿ ਖੁਦਾਵੰਦ ਨੇ ਆਪਣਾ ਬਲੀਦਾਨ ਸਾਡੇ ਵਾਸਤੇ ਇੱਕ ਵਾਰੀ ਦੇ ਦਿੱਤਾ ਹੈ। ਸੋ ਸਭ ਨੂੰ ਜੈ ਮਸੀਹ ਦੀ, ਔਰ ਆਈ ਹੋਪ ਕਿ ਤੁਹਾਨੂੰ ਸਭ ਨੂੰ ਸਮਝ ਆਇਆ ਹੋਊਗਾ।